ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਪੋਲੀਟੀਕਲ ਸਾਇੰਸ ਦਾ ਪਾਰਟ ਨੰਬਰ 9 ਡਿਸਕਸ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਰਾਸ਼ਟਰੀ ਏਕੀਕਰਨ, ਨੈਸ਼ਨਲ ਇੰਟੈਗ੍ਰੇਸ਼ਨ। ਵੈਰੀ ਇੰਪੋਰਟੈਂਟ ਟੌਪਿਕ ਹੈ। ਤਾਂ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। अगर तुहानू वीडियो अच्छी लगे, वीडियो को लाइक और शेयर जरूर करना। तो फ्रेंड्स, इस तो पहला असी पोलीटिकल साइंस के 1 तो लैके 8 तक पार्ट डिस्कस कर चुके हैं। जिन्होंने वीडियो नहीं देखी उसका लिंक तुहानू डिस्क्रिप्शन बॉक्स में या तुसी इस चैनल की प्लेलिस्ट से जाके वीडियो देख सकते हो। तो इस दे नाल ही शुरू करते हैं पार्ट नंबर पोलीटिकल साइंस 9 राष्ट्रीय एकीकरण, जिसका फर्स्ट प्रश्न है ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਰੁਕਾਵਟ ਹੈ। ਖੇਤਰਵਾਦ, ਸੰਪਰਦਾਇਕਤਾ, ਜਾਤੀਵਾਦ, ਉਪਰੋਕਤ ਸਾਰੇ ਹੀ ਜਿਹੜੇ ਭਾਰਤੀ ਏਕੀਕਰਨ ਦੇ ਰਾਸਤੇ ਵਿੱਚ ਰੁਕਾਵਟ ਹਨ। ਖੇਤਰਵਾਦ, ਸੰਪਰਦਾਇਕਤਾ, ਜਾਤੀਵਾਦ। ਨੈਕਸਟ ਪ੍ਰਸ਼ਨ ਹੈ ਰਾਸ਼ਟਰੀ ਏਕੀਕਰਨ ਲਈ ਹੋਣਾ ਜ਼ਰੂਰੀ ਹੈ। ਸਿੱਖਿਆ ਪ੍ਰਣਾਲੀ ਵਿੱਚ ਸੁਧਾਰ, ਗਰੀਬੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ, ਫਿਰਕੂ ਰਾਜਨੀਤਿਕ ਦਲਾਂ ਉੱਤੇ ਪਾਬੰਦੀ। ਉਪਰੋਕਤ ਸਾਰੇ ਹੀ ਜਿਹੜੇ ਫੈਕਟਰ ਹੈ ਰਾਸ਼ਟਰੀ ਏਕੀਕਰਨ ਲਈ ਜ਼ਰੂਰੀ ਹਨ। ਸਿੱਖਿਆ ਪ੍ਰਣਾਲੀ ਵੀ, ਗਰੀਬੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ, ਫਿਰਕੂ ਰਾਜਨੀਤਿਕ ਦਲਾਂ ਉੱਪਰ ਪਾਬੰਦੀ। ਨੈਕਸਟ ਹੈ ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਅਧਿਕਾਂਸ਼ ਹੁੰਦਾ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦਾ ਸਪੀਕਰ। तो इसका राइट आंसर है जी प्रधान मंत्री। राष्ट्रीय एकीकरण परिषद का अध्यक्ष हुंदा है प्रधान मंत्री। नैक्सट प्रश्न है हेठ लिखियां विचों एक राष्ट्रीय एकीकरण का पक्ष मन्निया जाता है। राजनीतिक पक्ष, समाजिक पक्ष, मनोविग्यानिक पक्ष या उपरोक्त सारे। तो इसका राइट आंसर है जी उपरोक्त सारे। नैक्सट आ गया जी खाली थावां भरो। राष्ट्रीय एकीकरण एक भावना है, डैश भावना है, मनोविग्यानिक भावना। ਭਾਰਤ ਵਿੱਚ ਰਾਸ਼ਟਰੀ ਏਕੀਕਰਨ ਲਈ ਡੈਸ਼ ਵਾਲਾ ਸਿਧਾਂਤ ਲਾਗੂ ਕੀਤਾ ਗਿਆ ਹੈ, ਭਿੰਨਤਾਵਾਂ ਵਿੱਚ ਏਕਤਾ। ਨਵੇਂ ਪੰਜਾਬ ਦਾ ਨਿਰਮਾਣ ਡੈਸ਼ ਨੂੰ ਭਾਸ਼ਾ ਦੇ ਆਧਾਰ 'ਤੇ ਕੀਤਾ ਗਿਆ ਹੈ। 1 ਨਵੰਬਰ 1966 ਵਿੱਚ ਨਵੇਂ ਪੰਜਾਬ ਦਾ ਨਿਰਮਾਣ ਨੂੰ ਭਾਸ਼ਾ ਦੇ ਆਧਾਰ 'ਤੇ ਕੀਤਾ ਗਿਆ। ਉਹਨਾਂ ਦੇਸ਼ਾਂ ਵਿੱਚ ਰਾਸ਼ਟਰੀ ਏਕੀਕਰਨ ਦੀ ਲੋੜ ਘੱਟ ਹੁੰਦੀ ਹੈ ਜਿੱਥੇ ਡੈਸ਼ ਨਾਲ ਸੰਬੰਧ ਲੋਕ ਵਸਦੇ ਹਨ, ਇੱਕ ਹੀ ਧਰਮ ਦੇ। ਉਸ ਤੋਂ ਬਾਅਦ ਆ ਗਿਆ ਜੀ ਸਹੀ ਮਿਲਾਨ। ਸੰਵਿਧਾਨ ਵਿੱਚ ਅੰਕਿਤ ਭਾਸ਼ਾਵਾਂ ਹੈਗੀਆਂ ਜੀ 22 ਭਾਸ਼ਾਵਾਂ ਹੈਗੀਆਂ। ਹਿੰਦੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਹੈ ਦੇਵਨਾਗਰੀ। ਭਾਰਤ ਵਿੱਚ ਰਾਜ 29 ਨੇ, ਇਸ ਵੇਲੇ ਹੁਣ 28 ਹੈ ਜੀ। ਭਾਰਤ ਵਿੱਚ ਸੰਘੀ ਖੇਤਰ ਕਿੰਨੇ ਹੈ ਜੀ 7 ਹੈ ਅਤੇ ਹੁਣ ਇਸ ਵੇਲੇ ਹੋ ਗਏ ਜੀ 8। ਔਰ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਰੁਕਾਵਟ ਜਾਤੀਵਾਦ। ਰਾਸ਼ਟਰੀ ਏਕੀਕਰਨ ਦਾ ਪੱਖ ਹੈ ਰਾਜਨੀਤਿਕ ਪੱਖ। ਉਸ ਤੋਂ ਬਾਅਦ ਹੈ ਇਨਸਾਨੀ ਬਿਰਾਦਰੀ 1980 और राष्ट्रीय एकीकरण परिषद 1961। नेक्स्ट प्रश्न है सही गलत प्रश्न। राष्ट्रीय एकीकरण कोई भवन नहीं है जिस दी उसारी सीमेंट इट्टां नाल कर सकते हैं, बिल्कुल ठीक प्रश्न है। गरीबी राष्ट्रीय एकीकरण के रस्ते विच रुकावट नहीं है, एक गलत प्रश्न है, रुकावट है। भ्रिष्टाचार ਅਤੇ ਰਾਸ਼ਟਰੀ ਏਕੀਕਰਨ ਦੇ ਰਾਸਤੇ ਵਿੱਚ ਰੁਕਾਵਟ ਪਹੁੰਚਾਈ ਹੈ, ਬਿਲਕੁਲ ਠੀਕ ਹੈ। 1961 ਵਿੱਚ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਰਾਸ਼ਟਰੀ ਏਕੀਕਰਨ ਸੰਮੇਲਨ ਕਰਵਾਇਆ ਸੀ, ਬਿਲਕੁਲ ਠੀਕ ਪ੍ਰਸ਼ਨ ਹੈ। ਉਸ ਤੋਂ ਬਾਅਦ ਪ੍ਰਸ਼ਨ ਰਾਸ਼ਟਰੀ ਏਕੀਕਰਨ ਦਾ ਕੀ ਅਰਥ ਹੈ। ਰਾਸ਼ਟਰੀ ਏਕੀਕਰਨ ਰਾਸ਼ਟਰ ਦੀ ਇੱਕ ਮਹੱਤਵਪੂਰਨ ਜ਼ਰੂਰਤ ਹੈ ਜਿਸ ਦੇ ਬਿਨਾਂ ਰਾਸ਼ਟਰੀ ਏਕਤਾ ਖਤਰੇ ਵਿੱਚ ਪੈ ਸਕਦੀ ਹੈ। ਰਾਸ਼ਟਰੀ ਏਕੀਕਰਨ ਦਾ ਸਧਾਰਨ ਅਰਥ ਇਹ ਹੈ ਕਿ ਇੱਕ ਦੇਸ਼ ਵਿੱਚ ਰਹਿਣ ਵਾਲੇ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਭਾਸ਼ਾਵਾਂ ਦੇ ਲੋਕਾਂ ਵਿੱਚ ਇੱਕ ਹੀ ਰਾਸ਼ਟਰ ਨਾਲ ਸੰਬੰਧਿਤ ਹੋਣ ਦੀ ਭਾਵਨਾ ਹੋਵੇ ਅਤੇ ਉਹ ਆਪਣੇ ਆਪ ਨੂੰ ਇੱਕ
ਅਨੁਭਵ ਕਰਦੇ ਹੋ। ਨੈਕਸਟ ਪ੍ਰਸ਼ਨ ਹੈ, ਰਾਸ਼ਟਰੀ ਏਕੀਕਰਨ ਪਰਿਸ਼ਦ ਕੀ ਹੈ? ਅਕਤੂਬਰ 1961 ਵਿੱਚ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਏਕੀਕਰਨ ਸਮਾਗਮ ਵਿੱਚ ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਗਠਨ ਕੀਤਾ ਗਿਆ ਸੀ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਾਰੇ ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ ਅਤੇ ਨੇਤਾਵਾਂ, ਪ੍ਰਸਿੱਧ ਸਿੱਖਿਆ ਸ਼ਾਸਤਰੀ, ਲੇਖਕਾਂ ਅਤੇ ਵਿਗਿਆਨਿਕਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਲੋੜ ਅਨੁਸਾਰ ਇਸ ਦੀਆਂ ਬੈਠਕਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਰਾਸ਼ਟਰ ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ 'ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਹੱਲ ਲਈ ਤਰੀਕੇ ਲੱਭੇ ਜਾਂਦੇ ਹਨ। ਨੈਕਸਟ ਪ੍ਰਸ਼ਨ ਹੈ, ਰਾਸ਼ਟਰੀ ਏਕੀਕਰਨ ਦੇ ਵਿਕਾਸ ਬਾਰੇ 4 ਸੁਝਾਅ ਲਿਖੋ। ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੀ ਸਮੱਸਿਆ ਨੂੰ ਸੁਲਝਾਉਣ ਲਈ ਹੇਠਾਂ ਲਿਖੇ ਸੁਝਾਅ 'ਤੇ ਅਮਲ ਕਰਨਾ ਜ਼ਰੂਰੀ ਹੈ। ਨੰਬਰ 1 ਹੈ, ਗਰੀਬੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ। ਸੰਤੁਲਿਤ ਖੇਤਰੀ ਵਿਕਾਸ ਨੂੰ ਯਕੀਨੀ ਬਣਾਉਣਾ। ਫਿਰਕੂ ਰਾਜਨੀਤਿਕ ਦਲਾਂ 'ਤੇ ਪਾਬੰਦੀ ਲਗਾਉਣਾ। ਭਾਸ਼ਾਈ ਸਮੱਸਿਆ ਦਾ ਯੋਗ ਹੱਲ ਲੱਭਣਾ। ਨੈਕਸਟ ਪ੍ਰਸ਼ਨ ਹੈ, ਰਾਸ਼ਟਰੀ ਏਕੀਕਰਨ ਵਿੱਚ ਵਿੱਦਿਆ ਦੀ ਭੂਮਿਕਾ ਬਾਰੇ ਦੱਸੋ। ਰਾਸ਼ਟਰੀ ਏਕੀਕਰਨ ਲਿਆਉਣ ਲਈ ਸਿੱਖਿਆ ਮਹੱਤਵਪੂਰਨ ਸਾਧਨ ਹੈ। ਸਿੱਖਿਆ ਦੁਆਰਾ ਵਿੱਚ ਵਿਅਕਤੀ ਵਿੱਚ ਰਾਜਨੀਤਿਕ ਚੇਤਨਾ ਪੈਦਾ ਹੁੰਦੀ ਹੈ, ਜਿਸ ਨਾਲ ਜਾਤੀਵਾਦ, ਖੇਤਰਵਾਦ ਅਤੇ ਭਾਸ਼ਾਵਾਦ ਆਦਿ ਦੀਆਂ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਸਿੱਖਿਆ ਨਾਲ ਵਿਦਿਆਰਥੀ ਵਿੱਚ ਧਰਮ ਨਿਰਪੱਖ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕਦਾ ਹੈ। ਉਹਨਾਂ ਵਿੱਚ ਇਹ ਭਾਵਨਾ ਵੀ ਵਿਕਸਿਤ ਕੀਤੀ ਜਾ ਸਕਦੀ ਹੈ ਕਿ ਉਹ ਪਹਿਲਾਂ ਭਾਰਤੀ ਹਨ ਅਤੇ ਬਾਅਦ ਵਿੱਚ ਪੰਜਾਬੀ, ਬੰਗਾਲੀ, ਮਰਾਠੀ ਆਦਿ ਹਨ। ਤੋ ਨੈਕਸਟ ਟੌਪਿਕ ਹੈ ਸਾਡੇ ਕੋਲ ਜੀ, ਭਾਰਤ ਦੀ ਵਿਦੇਸ਼ ਨੀਤੀ, ਫੋਰਨ ਪੋਲਿਸੀ ਆਫ ਇੰਡੀਆ। ਭਾਰਤ ਦੀ ਵਿਦੇਸ਼ ਨੀਤੀ। ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਭਾਰਤ ਦੀ ਵਿਦੇਸ਼ ਨੀਤੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ। ਅਮਰੀਕੀ ਗੁੱਟ ਦਾ ਸਮਰਥਨ ਹੈ, ਰੂਸੀ ਗੁੱਟ ਦਾ ਸਮਰਥਨ ਹੈ, ਬਸਤੀਵਾਦ ਅਤੇ ਨਸਲਵਾਦ ਦੀ ਵਿਰੋਧਤਾ ਹੈ, ਸਮੂਹਿਕ ਸੈਨਿਕ ਸਮਝੌਤਿਆਂ ਦਾ ਸਮਰਥਨ ਹੈ। तो इसका राइट आंसर है जी बस्तीवाद ਅਤੇ ਨਸਲਵਾਦ ਦੀ ਵਿਰੋਧਤਾ ਹੈ। ਨੈਕਸਟ ਪ੍ਰਸ਼ਨ ਹੈ, ਪੰਚਸ਼ੀਲ ਨੂੰ ਸਭ ਤੋਂ ਪਹਿਲਾਂ ਕਿਹੜੇ ਦੇਸ਼ਾਂ ਨੇ ਸਵੀਕਾਰਿਆ ਸੀ? ਭਾਰਤ ਅਤੇ ਸੋਵੀਅਤ ਨੇ, ਭਾਰਤ ਅਤੇ ਪਾਕਿਸਤਾਨ ਨੇ, ਭਾਰਤ ਅਤੇ ਅਮਰੀਕਾ ਨੇ, ਭਾਰਤ ਅਤੇ ਚੀਨ ਨੇ। ਇਸ ਦਾ ਰਾਈਟ ਆਂਸਰ ਹੈ ਭਾਰਤ ਅਤੇ ਚੀਨ ਨੇ। ਨੈਕਸਟ ਪ੍ਰਸ਼ਨ ਹੈ, ਭਾਰਤ ਨੂੰ ਗੁੱਟ ਨਿਰਪੇਖ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਹੈ ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀ ਮੁਰਾਰਜੀ ਦੇਸਾਈ ਦੀ, ਸ਼੍ਰੀ ਜਵਾਹਰ ਲਾਲ ਨਹਿਰੂ ਜੀ, ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ। तो इसका राइट आंसर है जी श्री जवाहर लाल नेहरू। नेक्स्ट है, भारत कठोर विरोधी है संयुक्त राष्ट्र ਦਾ ਵਿਸ਼ਵ ਸ਼ਾਂਤੀ ਦਾ, ਨਸਲਵਾਦ ਅਤੇ ਰੰਗ ਭੇਦਭਾਵ ਦੀ ਨੀਤੀ ਦਾ ਜਾਂ ਰਾਸ਼ਟਰ ਮੰਡਲ ਦਾ। ਇਸ ਦਾ ਰਾਈਟ ਆਂਸਰ ਹੈ ਜੀ ਨਸਲਵਾਦ ਅਤੇ ਰੰਗ ਭੇਦ ਦੀ ਨੀਤੀ ਦਾ ਭਾਰਤ ਕਠੋਰ ਵਿਰੋਧੀ ਹੈ। ਉਸ ਤੋਂ ਬਾਅਦ ਆ ਗਿਆ ਖਾਲੀ ਥਾਵਾਂ ਭਰੋ। ਭਾਰਤੀ ਵਿਦੇਸ਼ੀ ਨੀਤੀ ਦੇ ਨਿਰਮਾਤਾ ਡੈਸ਼ ਹਨ? ਜਵਾਹਰ ਲਾਲ ਨਹਿਰੂ। ਭਾਰਤੀ ਵਿਦੇਸ਼ੀ ਨੀਤੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਡੈਸ਼ ਹੈ? ਗੁੱਟ ਨਿਰਪੇਖਤਾ। ਭਾਰਤ ਨੂੰ ਹਮੇਸ਼ਾ ਹੀ ਰੰਗ ਭੇਦ ਅਤੇ ਸਾਮਰਾਜਵਾਦ ਦਾ ਡੈਸ਼ ਕੀਤਾ ਹੈ, ਵਿਰੋਧ ਕੀਤਾ ਹੈ। ਭਾਰਤ ਅਤੇ ਚੀਨ ਦੇ ਵਿੱਚ ਡੈਸ਼ ਦਾ ਨਿਰਮਾਣ ਕੀਤਾ ਗਿਆ ਪੰਚਸ਼ੀਲ ਸਿਧਾਂਤਾਂ ਦਾ। ਉਸ ਤੋਂ ਬਾਅਦ ਹੈ ਪੰਚਸ਼ੀਲ ਸਮਝੌਤਾ। ਇਹ ਹੋਇਆ ਜੀ 29 ਅਪ੍ਰੈਲ 1954 ਦੇ ਵਿੱਚ, ਔਰ ਸਾਰਕ ਦਾ ਗਠਨ ਹੋਇਆ 7 ਦਸੰਬਰ 1985 ਦੇ ਵਿੱਚ। ਵਿਦੇਸ਼ੀ ਨੀਤੀ ਨਾਲ ਸੰਬੰਧਿਤ ਵਿਵਸਥਾਵਾਂ ਅਨੁਛੇਦ 51 ਦੇ ਵਿੱਚ।
ਸੋਵੀਅਤ ਸੰਘ ਦੀ ਵੰਡ ਦਸੰਬਰ 1991 ਵਿੱਚ। ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ। ਚੌਮਿਨ ਲਾਈ ਚੀਨ ਦੇ ਪਹਿਲੇ ਪ੍ਰਧਾਨ ਮੰਤਰੀ। ਭਾਰਤ ਨੂੰ ਸੁਤੰਤਰਤਾ ਪ੍ਰਾਪਤ ਹੋਈ 15 ਅਗਸਤ 1947 'ਚ। ਭਾਰਤ ਦਾ ਪਹਿਲਾ ਪਰਮਾਣੂ ਪ੍ਰੀਖਣ 1974 ਦੇ ਵਿੱਚ। ਉਸ ਤੋਂ ਬਾਅਦ ਹੈ ਜੀ ਸਹੀ ਗਲਤ ਪ੍ਰਸ਼ਨ। ਵਿਦੇਸ਼ੀ ਨੀਤੀ ਮੁੱਖ ਰੂਪ ਵਿੱਚ ਵਿਦੇਸ਼ੀ ਸ਼ਕਤੀਆਂ ਸੰਬੰਧੀ ਇੱਕ ਸ਼ਾਸਨ ਕਲਾ ਹੈ। ਬਿਲਕੁਲ ਠੀਕ ਪ੍ਰਸ਼ਨ ਹੈ। ਭਾਰਤ ਇੱਕ ਸਾਮਰਾਜਵਾਦੀ ਦੇਸ਼ ਹੈ। ਗਲਤ ਹੈ ਜੀ। ਆਰਥਿਕ ਤੱਟ ਭਾਰਤੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰਦੇ ਹਨ। ਬਿਲਕੁਲ ਠੀਕ ਹੈ। ਨੈਕਸਟ ਪ੍ਰਸ਼ਨ ਹੈ ਭਾਰਤ ਰੂਸੀ ਗੁੱਟ ਦਾ ਇੱਕ ਉੱਘਾ ਮੈਂਬਰ ਹੈ। ਨਹੀਂ ਹੈ ਜੀ। ਉਸ ਤੋਂ ਬਾਅਦ ਆ ਗਿਆ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਵਿਦੇਸ਼ੀ ਨੀਤੀ ਤੋਂ ਕੀ ਭਾਵ ਹੈ? ਉੱਤਰ ਹੈ ਵਿਦੇਸ਼ੀ ਨੀਤੀ ਉਹਨਾਂ ਸਿਧਾਂਤਾਂ ਅਤੇ ਸਾਧਨਾਂ ਦਾ ਇੱਕ ਸਮੂਹ ਹੈ ਜੋ ਸਿਧਾਂਤ ਅਤੇ ਸਾਧਨ ਇੱਕ ਦੂਜੇ ਦੇ ਦੇਸ਼ ਨਾਲ ਵਿਵਹਾਰ ਨੂੰ ਨਿਰਧਾਰਿਤ ਕਰਦੇ ਹਨ। ਗੁੱਟ ਨਿਰਪੇਖਤਾ ਤੋਂ ਤੁਸੀਂ ਕੀ ਸਮਝਦੇ ਹੋ? ਗੁੱਟ ਨਿਰਪੇਖਤਾ ਤੋਂ ਭਾਵ ਸ਼ਕਤੀ ਗੁੱਟ ਤੋਂ ਅਲੱਗ ਰਹਿ ਕੇ ਅੰਦਰ ਰਾਸ਼ਟਰੀ ਮਾਮਲਿਆਂ ਬਾਰੇ ਆਪਣੀ ਸੁਤੰਤਰ ਇੱਛਾ ਅਨੁਸਾਰ ਨਿਰਣੇ ਲੈਣਾ ਅਤੇ ਉਹਨਾਂ ਨਿਰਣਿਆਂ ਦੇ ਆਧਾਰ 'ਤੇ ਕਾਰਜ ਕਰਨਾ। ਉਸ ਤੋਂ ਬਾਅਦ ਆ ਗਈ ਪੰਚਸ਼ੀਲ ਤੋਂ ਤੁਸੀਂ ਕੀ ਸਮਝਦੇ ਹੋ? ਪੰਚਸ਼ੀਲ ਉਹਨਾਂ 5 ਸਿਧਾਂਤਾਂ ਦਾ ਸਮੂਹ ਹੈ ਜਿਨ੍ਹਾਂ ਦਾ ਵਰਣਨ 1954 ਵਿੱਚ ਭਾਰਤ ਅਤੇ ਚੀਨ ਦੇ ਵਿੱਚ ਹੋਏ ਇੱਕ ਸਮਝੌਤੇ ਦੀ ਪ੍ਰਸਤਾਵਨਾ ਵਿੱਚ ਕੀਤਾ ਗਿਆ ਸੀ। ਰਾਸ਼ਟਰਮੰਡਲ ਕਿਸ ਨੂੰ ਆਖਦੇ ਹਨ? ਰਾਸ਼ਟਰਮੰਡਲ ਅਫਰੀਕਾ ਅਤੇ ਏਸ਼ੀਆ ਦੇ 54 ਦੇਸ਼ਾਂ ਦਾ ਇੱਕ ਸੰਗਠਨ ਹੈ ਜੋ ਕਿ ਪਹਿਲਾਂ ਬ੍ਰਿਟਿਸ਼ ਸਾਮਰਾਜਵਾਦ ਦੇ ਅਧੀਨ ਰਹਿ ਚੁੱਕੇ ਹਨ। ਇਸ ਦੀ ਮੈਂਬਰੀ ਇਛੁਕ ਹੈ। ਇਸ ਦੇ ਸੰਮੇਲਨ ਦੀ ਪ੍ਰਧਾਨਗੀ ਬ੍ਰਿਟਿਸ਼ ਦੀ ਮਹਾਰਾਣੀ ਕਰਦੀ ਹੈ। ਇਸ ਦੀ ਪ੍ਰਧਾਨਗੀ ਬ੍ਰਿਟਿਸ਼ ਦੀ ਮਹਾਰਾਣੀ ਕਰਦੀ ਹੈ। तो फ्रेंड्स अगर तुहानू वीडियो अच्छी लगी वीडियो लाइक और शेयर जरूर करना। अगर तुसी इस चैनल ते नवे हो तो चैनल नू सबसक्राइब करना। धन्यवाद। जय हिंद।